अगली गल मैं कह देवां भी जिस तरह आपां समझिया सीगा भी इदां शराब पांडा पींदा सी, ਉਹਨੇ ਕਿਹਾ ਵੀ ਕਾਲੀ ਨੂੰ ਭੋਗ ਲੱਗਦਾ ਹੈ। ਇੱਕ ਦੂਜੀ ਗੱਲ ਵੀ ਇੱਥੇ ਚੱਲਦੀ ਹੈ, ਜਿਹੜੀ ਡੇਰਿਆਂ ਦੇ ਵਿੱਚ ਮਰ ਗਏ ਸ਼ਰਾਬਾਂ ਪੀਂਦੇ ਬੂਬ ਨੇ ਜੀ, ਉਹਨਾਂ ਮਰਿਆਂ ਦੀਆਂ ਸਮਾਧਾਂ ਤੇ ਵੀ ਸ਼ਰਾਬ ਚੜ੍ਹਦੀ ਆ ਕਈ ਡੇਰਿਆਂ ਦੇ ਵਿੱਚ। ਜਿਵੇਂ ਕਿ ਇੱਕ ਉਦਾਹਰਨ ਦੇ ਨਾਂ ਲੈ ਕੇ ਉਦਾਹਰਨ ਦੇ ਦਿਆਂ, ਇੱਕ ਉਹ ਤਾਂ ਬਹੁਤ ਡੇਰੇ ਨੇ, ਜਿਵੇਂ ਕਾਲਾ ਸੰਘਿਆ ਕਪੂਰਥਲੇ ਕੋਲੇ ਹੈ ਜੀ, ਬਿਲਕੁਲ। ਨਰੈਣੂ ਦਾ ਯਾਰ ਮਰ ਗਿਆ, ਉਹ ਨਰੈਣੂ ਦਾ ਯਾਰ ਮਰ ਗਿਆ ਸ਼ਰਾਬਾਂ ਪੀਂਦਾ। ਇਹ ਸਾਰੇ ਨਰੈਣੂ ਦੇ ਯਾਰ ਸੀ ਬੂਬ ਨੇ ਜੀ, ਜਿਨ੍ਹਾਂ ਦੀਆਂ ਸਮਾਧਾਂ ਤੇ ਸ਼ਰਾਬਾਂ ਚੜ੍ਹਦੀਆਂ ਨੇ ਨਾ, ਇਹ ਸਾਰੇ ਬੂਬ ਨੇ ਜਦੋਂ ਗੁਰਦੁਆਰਿਆਂ ਚੋਂ ਭਜਾਏ ਸੀਗੇ ਜੀ ਸਿੰਘਾਂ ਨੇ ਕੁਰਬਾਨੀਆਂ ਦੇ ਦੇ ਕੇ, ਉਸ ਵੇਲੇ ਇਹ ਬੂਬ ਨੇ ਥਾਂ ਥਾਂ ਤੇ ਜਾ ਕੇ ਜੋ ਬੈਠ ਗਏ, ਇਹ ਨਰੈਣੂ ਦੇ ਯਾਰ ਨੇ ਸਾਰੇ ਬੂਬ ਨੇ ਜਿਹੜੇ। ਉੱਥੇ ਵੀ ਉਹ ਨਰੈਣੂ ਦਾ ਯਾਰ ਬੂਬ ਨਾਲ ਮਰ ਗਿਆ ਸ਼ਰਾਬਾਂ ਪੀਂਦਾ। ਹੁਣ ਸ਼ਰਾਬਾਂ ਪੀਂਦਾ ਮਰ ਗਏ ਜਿਹੜੇ, ਉਹਨਾਂ ਮਰਿਆਂ ਦੀਆਂ ਸਮਾਧਾਂ ਤੇ ਸ਼ਰਾਬਾਂ ਚੜ੍ਹਦੀਆਂ ਤੇ ਉੱਥੇ ਸਮਾਧ ਤੇ ਰੱਖ ਕੇ ਸ਼ਰਾਬ ਕੀ ਕਹਿੰਦੇ ਨੇ, ਭੋਗ ਲੱਗ ਗਿਆ, ਭੋਗ ਲੱਗ ਗਿਆ, ਬਸ ਭੋਗ ਲਵਾਤਾ, ਭੋਗ ਦਾ ਢੌਂਗਰਾ ਚੱਲਦੇ ਨੇ। ਤੇ ਫਿਰ ਕੀ ਕਹਿੰਦੇ ਨੇ, ਦੇਖੋ ਮਾਫ ਕਰ ਮੈਨੂੰ ਕਹਿਣਾ ਪੈਣਾ, ਕਿੱਡਾ ਪਵਿੱਤਰ ਸ਼ਬਦ ਹੈ ਪ੍ਰਸ਼ਾਦ, ਪਰ ਇਹ ਚੰਦਰੇ ਸਮਾਧ ਦੇ ਉੱਤੇ ਸ਼ਰਾਬ ਰੱਖ ਕੇ ਤੇ ਢੌਂਗ ਜਾ ਰਚ ਕੇ ਕੀ ਕਹਿੰਦੇ ਨੇ, ਲਓ ਜੀ ਹੁਣ ਭੋਗ ਲੱਗ ਗਿਆ ਬਾਬਾ ਜੀ ਨੂੰ, ਹੁਣ ਇਹ ਜਿਹੜੀ ਸ਼ਰਾਬ ਹੈ ਕਹਿੰਦੇ ਪ੍ਰਸ਼ਾਦ ਬਣ ਗਈ। ਦੇਖੋ ਬਹਿ ਜੇ ਬੇੜਾ ਇਹਨਾਂ ਦਾ, ਕਹਿੰਦੇ ਪ੍ਰਸ਼ਾਦ ਬਣ ਗਈ ਸ਼ਰਾਬ। ਕਹਿੰਦੇ ਲਿਆਓ ਵੀ ਚੱਕ ਲਿਓ ਹੁਣ ਬਾਟੇ, ਕਹਿੰਦੇ ਬਾਟੇ ਚੱਕ ਲਿਆਓ, ਤੇ ਪੰਗਤ ਲਾ ਕੇ ਵਰਤਾਉਂਦੇ ਨੇ ਜੀ। ਤੇ ਇਹ ਬੂਬਣਾ ਤਾਂ ਮਰਿਆ ਹੋਊਗਾ ਫੇਫੜੇ ਗਲ ਕੇ। ਕਿਉਂ ਮੈਂ ਕਿਹਾ, ਕਿਉਂਕਿ ਜਿਉਂਦਾ ਪੀਂਦਾ ਹੋ ਤਾਂ ਹੀ ਮਰੇ ਨੂੰ ਚੜ੍ਹਦੀ ਹੈ। ਲੋਕ ਲਿਆਲਾ ਦਿੰਦੇ ਹੋਣਗੇ, ਫਿਰ ਮੁਫਤ ਦੀ ਪੀ ਪੀ ਕੇ ਫੇਫੜੇ ਗਲ ਕੇ ਮਰਿਆ ਹੋਊ ਨਾ। ਜੀ ਜੀ ਬਿਲਕੁਲ, ਨੋ ਡਾਊਟ। ਮੁਫਤ ਦੀ ਪੀ ਕੇ ਤੇ ਜਿਹੜੇ ਮਰ ਗਏ ਫੇਫੜੇ ਗਲ ਕੇ ਸ਼ਰਾਬਾਂ ਪੀਂਦੇ, ਉਹ ਕਹਿੰਦੇ ਮਹਾਤਮਾ ਹੈ। ਇਹਨਾਂ ਨੂੰ ਮਹਾਤਮਾ ਦੱਸਦੇ, ਦੇਖੋ ਕਹਿੰਦੇ ਮਹਾਤਮਾ ਜੀ ਇਹ ਸਾਡੇ, ਏਦਾਂ ਦੇ ਮਹਾਤਮਾ ਹੁੰਦੇ ਆ। ਇਸ ਕਰਕੇ ਭਾਈ ਏਦਾਂ ਦੇ ਲੋਕਾਂ ਤੋਂ ਬਚੋ, ਡੇਰਿਆਂ 'ਚ ਜਾਣ ਤੋਂ ਬਚੋ। ਹੁਣ ਆ ਜਾਓ ਗੁਰਬਾਣੀ ਤੇ, ਗੁਰਬਾਣੀ ਕੀ ਕਹਿੰਦੇ ਸ਼ਰਾਬ ਬਾਰੇ ਉਹ ਸੁਣੋ, ਫਿਰ ਸੱਚੀ ਸ਼ਰਾਬ ਪੀਣੀ ਕਿਹੜੀ ਹੈ ਉਹ ਸੁਣੋ। ਹੁਣ ਆਓ ਗੁਰਬਾਣੀ ਵੱਲ। ਬਿਲਕੁਲ ਦੱਸੋ। ਲਓ ਜੀ, ਗੁਰੂ ਜੀ ਕੀ ਕਹਿੰਦੇ ਨੇ ਪਹਿਲਾਂ ਸ਼ਰਾਬ ਬਾਰੇ ਦੇਖੋ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਾਦਲ ਪਵਾ ਵਿੱਚ ਆਏ ਜੀ, ਆਪਣਾ ਪਰਾਇਆ ਨਾ ਪਛਾਣਈ, ਖਸਮ ਹੋ ਧੱਕੇ ਖਾਏ, ਜਿਤ ਪੀਤਾ ਖਸਮ ਵਿਸਰੈ, ਦਰਗਾਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ ਜੀ। ਹੁਣ ਦੇਖੋ ਗੁਰੂ ਜੀ ਕਹਿੰਦੇ ਇੱਕ ਨਕਸ਼ਾ ਬਣਾਤਾ, ਕਹਿੰਦੇ ਪਿਆਲੇ ਦੇ ਯਾਰਾਂ ਦੀ ਮਹਿਫਲ ਲੱਗ ਗਈ। ਕਿਸ ਤਰ੍ਹਾਂ ਮਹਿਫਲ ਲੱਗੀ, ਮਾਨਸ ਭਰਿਆ ਆਣਿਆ। ਕਹਿੰਦੇ ਕੋਈ ਮਨੁੱਖ ਸ਼ਰਾਬ ਦਾ ਕੋਈ ਵੱਡਾ ਭਾਂਡਾ ਭਰਿਆ ਹੋਇਆ ਲੈ ਕੇ ਆ ਗਿਆ, ਜਿਵੇਂ ਉਹਨਾਂ ਸਮਿਆਂ ਦੇ ਵਿੱਚ ਸੁਰਾਹੀਆਂ ਆਦਿ ਹੁੰਦੀਆਂ ਸੀ, ਕੋਈ ਸ਼ਰਾਬ ਦੀ ਭਰੀ ਹੋਈ ਸੁਰਾਹੀ ਲੈ ਕੇ ਆ ਗਿਆ। ਕਹਿੰਦੇ ਲਓ ਬਈ ਅੱਜ ਕਹਿੰਦੇ ਮੇਰੇ ਵੱਲੋਂ ਸਾਰੇ ਯਾਰਾਂ ਨੂੰ, ਕਹਿੰਦਾ ਅੱਜ ਕਹਿੰਦਾ ਮੇਰੇ ਵੱਲੋਂ ਜੀ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ ਜੀ। ਕਹਿੰਦੇ ਸ਼ਰਾਬੀਆਂ ਦੀ ਮਹਿਫਲ ਸ਼ੁਰੂ ਹੋ ਗਈ। ਕਿਸੇ ਮਨੁੱਖ ਨੇ ਕਹਿੰਦੇ ਆਪਣਾ ਛੋਟਾ ਪਿਆਲਾ ਉਸ ਵੱਡੇ ਭਾਂਡੇ ਵਿੱਚੋਂ ਆ ਕੇ ਭਰ ਲਿਆ, ਫਿਰ ਕਿਸੇ ਹੋਰ ਨੇ ਭਰ ਲਿਆ, ਭਾਵ ਕਿ ਬਾਅਦ ਦੇ ਵਿੱਚ ਇੱਕ ਦੂਜੇ ਨਾਲ ਪਿਆਲੇ ਟਕਰਾਉਂਦੇ ਜੀ ਵੀ ਹੈ। ਏਦਾਂ ਇਹ ਪਿਆਲੇ ਦੇ ਯਾਰਾਂ ਦੀ ਮਹਿਫਲ ਸ਼ੁਰੂ ਹੋ ਗਈ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਪਰ ਇੱਕ ਗੱਲ ਯਾਦ ਰੱਖਿਓ, ਵਿੱਚ ਦੀ ਇਹ ਗੱਲਾਂ ਵੀ ਕਹਿ ਜਾਵਾਂ ਵੀ ਚੰਦਰਿਆ ਤੈਨੂੰ ਦੇਖਣ ਨੂੰ ਪਿਆਲਾ ਨਿੱਕਾ ਜਿਹਾ ਲੱਗਦਾ ਹੈ, ਆ ਸ਼ਰਾਬ ਦਾ ਪਿਆਲਾ, ਪਰ ਇਹਦੇ ਵਿੱਚ ਤਾਂ ਏਡਾ ਵੱਡਾ ਖਾਰਾ ਸਮੁੰਦਰ ਹੈ, ਜਿਹਦੇ ਵਿੱਚ ਤੇਰਾ ਸਾਰਾ ਜੀਵਨ, ਤੇਰੇ ਪਰਿਵਾਰ ਦੀਆਂ ਖੁਸ਼ੀਆਂ, ਤੇਰੇ ਬੱਚਿਆਂ ਦਾ ਭਵਿੱਖ, ਕਿੰਨੇ ਏਕੜ ਜ਼ਮੀਨ, ਕਿੰਨੀ ਜਾਇਦਾਦ ਇਹ ਪਿਆਲੇ ਵਿੱਚ ਡੁੱਬ ਜਾਂਦੀ ਹੈ, ਜਿਹੜਾ ਪਿਆਲਾ ਤੂੰ ਜੁੰਗਲੀ ਦੇ ਯਾਰਾਂ ਨਾਲ ਖੜਕਾਉਣਾ ਹੈ। ਭਾਵੇਂ ਪਿਆਲੇ ਵਿੱਚ ਬਹੁਤ ਵੱਡਾ ਖਾਰਾ ਸਮੁੰਦਰ ਹੈ। ਸੋ ਏਦਾਂ ਜਿਸ ਵੇਲੇ ਮਹਿਫਲ ਸ਼ੁਰੂ ਹੋ ਗਈ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵਾ ਵਿੱਚ ਆਏ ਜੀ। ਫਿਰ ਕਹਿੰਦੇ ਭਾਈ ਜਿਹੜੀ ਆ ਸ਼ਰਾਬ ਪੀਣ ਦੇ ਨਾਲ ਜਿੱਤ ਪੀਤਾ ਮਤ ਦੂਰ ਹੋਏ, ਮਤ ਜਿਹੜੀ ਆ ਦੂਰ ਹੋ ਜਾਂਦੀ ਹੈ ਜੀ, ਮਤ ਦੂਰ ਹੋ ਗਈ, ਅਕਲ ਬਾਹਰ ਹੋ ਗਈ। ਹੁਣ ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵਾ ਵਿੱਚ ਆਏ, ਝੱਲਪਣਾ ਅੰਦਰ ਆ ਜਾਂਦਾ ਹੈ, ਕਮਲਪਣਾ ਅੰਦਰ ਆ ਜਾਂਦਾ ਹੈ, ਬਰਲ ਪਵਾ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ।
ਕਹਿੰਦੇ ਆਪਣੇ ਪਰਾਏ ਦੀ ਪਛਾਣ ਵੀ ਨਹੀਂ ਕਰਦਾ, ਨਸ਼ਈ ਦੀ ਮੱਤ ਮਾਰੀ ਗਈ। ਪਿਆਲੇ ਦੇ ਯਾਰਾਂ ਨੂੰ ਯਾਰ ਕਹੀ ਜਾਂਦਾ, ਆਪਣੇ ਕਹਿੰਦੇ ਜਿਗਰੀ ਯਾਰ ਹੈ ਮੇਰੇ। ਜਿਸ ਮਾਤਾ ਪਿਤਾ ਨੇ ਆਪਣਾ ਖੂਨ ਪਿਲਾ ਕੇ ਪਾਲਿਆ, ਬਾਪ ਨੇ ਮੋਢਿਆਂ ਤੇ ਚੁੱਕ ਕੇ ਖੜਾਇਆ, ਮਾਤਾ ਨੇ ਕਿਵੇਂ ਦੁੱਧ ਪਿਲਾ ਕੇ ਪਾਲਿਆ, ਜਾਂ ਆਪਣੇ ਬੱਚੇ ਅੱਗੇ ਆਪਣੇ ਪਰਿਵਾਰ ਦੀ ਬੱਚਿਆਂ ਦੀ ਪਛਾਣ ਨਹੀਂ ਕਰਦਾ, ਮਾਤਾ ਪਿਤਾ ਦੀ ਪਰਵਾਹ ਨਹੀਂ ਕਰਦਾ। ਜੇ ਮਾਤਾ ਪਿਤਾ ਕਹਿੰਦੇ ਵੀ ਹੈ ਵੀ ਪੁੱਤ ਛੱਡ ਦੇ ਪਿਆਲੇ ਦੇ ਯਾਰਾਂ ਦਾ ਖਹਿੜਾ, ਕਹਿੰਦਾ ਮੈਨੂੰ ਨਾ ਇਹ ਗੱਲ ਕਹਿਓ ਮੁੜ ਕੇ ਮੇਰੇ ਜਿਗਰੀ ਯਾਰ ਹੈ। ਦੇਖੋ ਜਿਗਰੀ ਯਾਰ ਬਣਾਈ ਫਿਰਦਾ ਹੈ ਸ਼ਰਾਬੀਆਂ ਨੂੰ, ਆਪਣੇ ਮਾਤਾ ਪਿਤਾ ਦੀ ਪਛਾਣ ਨਹੀਂ ਕਰਦਾ, ਆਪਣਾ ਪਰਿਵਾਰ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕਰਦਾ। ਕਿੱਡੀ ਮੱਤ ਮਾਰੀ ਗਈ ਇਸ ਦੀ। ਦੇਖੋ ਆਪਣਾ ਪਰਾਇਆ ਨਾ ਪਛਾਣੀ, ਖਸਮ ਹੋ ਧੱਕੇ ਖਾਏ, ਕਹਿੰਦੇ ਸਮਝ ਲਓ ਬਸ ਫਿਰ ਰੱਬ ਵੱਲੋਂ ਵੀ ਧੱਕੇ ਖਾਂਦਾ ਹੈ। ਐਗਜ਼ੈਕਟਲੀ। ਆਪਣਾ ਪਰਾਇਆ ਨਾ ਪਛਾਣੀ, ਖਸਮ ਹੋ ਧੱਕੇ ਖਾਏ, ਫਿਰ ਕਹਿੰਦੇ ਜਿੱਤ ਪੀਤਾ ਖਸਮ ਬਿਸਰਾ ਹੈ। ਆ ਜਿਹੜੇ ਨਸ਼ੇ ਕਰਨਾ, ਸ਼ਰਾਬ ਪੀਣਾ, ਭਾਈ ਮਾਲਕ ਵੀ ਭੁੱਲ ਜਾਂਦਾ ਹੈ। ਜਿੱਤ ਪੀਤਾ ਖਸਮ ਬਿਸਰਾ, ਦਰਗਾਹ ਮਿਲਿਆ ਸਜਾਏ, ਮਾਲਕ ਦੀ ਹਜ਼ੂਰੀ ਵਿੱਚ ਸਜ਼ਾ ਮਿਲਦੀ ਹੈ। ਝੂਠਾ ਮਦ ਮੂਲ ਨਾ ਪੀਚੀ ਜੇਕਾ ਪਾਰ ਵਸਾਈ। ਕਹਿੰਦੇ ਜਿੱਥੋਂ ਤੱਕ ਤੇਰਾ ਬੱਸ ਚੱਲੇ ਨਾ, ਬਾਹ ਚੱਲੇ ਤੇਰੀ, ਕਹਿੰਦੇ ਝੂਠਾ ਮਦ, ਇਹ ਝੂਠਾ ਨਸ਼ਾ, ਇਹ ਸ਼ਰਾਬ ਕਹਿੰਦੇ ਬਿਲਕੁਲ ਨਾ ਪੀ। ਦੇਖੋ ਗੁਰਬਾਣੀ ਕਹਿ ਰਹੀ ਹੈ ਸ਼ਰਾਬ ਪੀਣਾ ਮੱਤ ਮਾਰੀ ਜਾਂਦੀ ਹੈ। ਇੱਥੇ ਜਿਹੜੇ ਸ਼ਰਾਬ ਪੀਣ ਤੇ ਮਰ ਗਏ ਉਹਨਾਂ ਨੂੰ ਮਹਾਤਮਾ ਮੰਨਿਆ ਜਾ ਰਿਹਾ। ਪਹਿਲਾਂ ਸਮਝ ਲਿਆ, ਤੁਸੀਂ ਦੇਖ ਲਓ। ਬਿਲਕੁਲ। ਜਿਹੜੇ ਸ਼ਰਾਬਾਂ ਪੀਂਦੇ ਮਰ ਗਏ ਉਹ ਮਹਾਤਮਾ ਨੇ ਉਹਨਾਂ ਦੀ ਮੱਤ ਮਾਰੀ ਹੋਈ ਸੀ। ਜੀ ਜੀ। ਹੁਣ ਇਸੇ ਸ਼ਬਦ ਵਿੱਚ ਅੱਗੇ ਕੀ ਦੱਸਿਆ, ਨਾਨਕ ਨਦਰੀ ਸੱਚ ਮਦ ਪਾਈਐ, ਸਤਿਗੁਰ ਮਿਲਿਆ ਜਿਸ ਆਏ। ਕਹਿੰਦੇ ਗੁਰੂ ਬਾਬਾ ਜੀ ਕਹਿੰਦੇ ਉਹ ਮਾਲਕ ਪਰਮੇਸ਼ਰ ਦੀ ਕਿਰਪਾ ਹੋ ਜਾਵੇ, ਉਹਦੇ ਸੱਚੇ ਗਿਆਨ ਨਾਲ ਜੁੜ ਗਏ, ਨਾਨਕ ਨਦਰੀ ਸੱਚ ਮਦ ਪਾਈਐ। ਕਹਿੰਦੇ ਫਿਰ ਜਿਹੜਾ ਸਾਨੂੰ ਇਹ ਸੱਚ ਦਾ ਨਸ਼ਾ ਪ੍ਰਾਪਤ ਹੁੰਦਾ ਹੈ ਸਤਿਗੁਰ ਤੋਂ, ਸਤਿਗੁਰ ਮਿਲਿਆ ਜਿਸ ਆਏ, ਜਿਸ ਨੂੰ ਸਤਿਗੁਰ ਜੀ ਆ ਕੇ ਮਿਲ ਪੈਂਦੇ ਹੈ, ਜਿਹੜੇ ਗੁਰਬਾਣੀ ਦੇ ਸੱਚੇ ਗਿਆਨ ਨਾਲ ਜੁੜ ਜਾਂਦੇ ਹੈ, ਉਹਨਾਂ ਨੂੰ ਭਾਈ ਸੱਚ ਦਾ ਨਸ਼ਾ ਮਿਲ ਗਿਆ, ਜਿਹੜਾ ਸਦਾ ਹੀ ਚੜਿਆ ਰਹਿੰਦਾ ਹੈ। ਨਾਨਕ ਨਦਰੀ ਸੱਚ ਮਦ ਪਾਈਐ, ਸਤਿਗੁਰ ਮਿਲਿਆ ਆਏ। ਤਾਂ ਤੇ ਕਹਿੰਦੇ ਉਹ ਫਿਰ ਮਾਲਕ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਮਾਲਕ ਪਰਮੇਸ਼ਰ ਨਾਲ ਜੁੜਿਆ ਰਹਿੰਦਾ। ਸੋ ਏਦਾਂ ਇਹ ਹੈ ਸੱਚ ਮਦ। ਕਿਤੇ ਬਾਣੀ ਚਾਹੁੰਦਾ ਸੱਚਾ ਨਸ਼ਾ, ਕਹਿੰਦੇ ਰਾਮ ਰਸਾਇਣ ਜੋ ਰੱਤੇ, ਨਾਨਕ ਸੱਚ ਅਮਲੀ। ਕਹਿੰਦੇ ਜੋ ਸਰਵ ਵਿਆਪਕ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਰੰਗੇ ਗਏ, ਰਾਮ ਰਸਾਇਣ ਜੋ ਰੱਤੇ, ਨਾਨਕ ਸੱਚ ਅਮਲੀ। ਗੁਰੂ ਬਾਬਾ ਜੀ ਕਹਿੰਦੇ ਭਾਈ ਉਹ ਸੱਚੇ ਅਮਲੀ ਹੈ, ਉਹਨਾਂ ਨੂੰ ਸੱਚ ਦਾ ਨਸ਼ਾ ਸਦਾ ਹੀ ਚੜਿਆ ਰਹਿੰਦਾ ਹੈ। ਇਹ ਸੱਚ ਦਾ ਅਮਲ ਐਸਾ ਹੈ ਜਿਹਨੂੰ ਇੱਕ ਵਾਰੀ ਚੜ ਗਿਆ ਨਾ ਇਹ ਉਤਰਦਾ ਨਹੀਂ। ਦੇਖੋ ਸੱਚ ਦੀ ਮਸਤੀ, ਇਤਿਹਾਸ ਵੱਲ ਵੀ ਮੈਂ ਇਸ਼ਾਰਾ ਦੇ ਦਿਆਂ, ਸੱਚ ਦੀ ਮਸਤੀ ਚੜੀ ਹੋਈ ਹੈ ਭਾਈ ਮਣੀ ਸਿੰਘ ਜੀ ਨੂੰ। ਉਹ ਸੱਚ ਦੇ ਨਸ਼ੇ ਦੇ ਵਿੱਚ ਜਦੋਂ ਲੱਗਿਆ ਨਾ ਜਲਾਦ ਗੁੱਟ ਤੇ ਟੱਕ ਮਾਰਨਾ ਕੇ, ਤੇ ਭਾਈ ਮਣੀ ਸਿੰਘ ਜੀ ਸੱਚ ਦੀ ਮਸਤੀ ਵਿੱਚ ਕਹਿੰਦੇ ਉਹ ਜਲਾਦਾ ਗੁੱਟ ਤੇ ਟੱਕ ਤੇ ਮਾਰਦਾ, ਆ ਬੰਦ ਬੰਦ ਤਾਂ ਉਂਗਲਾਂ ਦੇ ਪੁੱਟਣਾ ਸ਼ੁਰੂ ਹੁੰਦਾ, ਇੱਥੋਂ ਲੱਗ, ਇੱਥੋਂ ਇੱਥੋਂ ਲੱਗੋ, ਇੱਥੋਂ ਕਾਤੇ ਲੱਗਦਾ, ਬੋਲਦੇ ਨਾ ਇੱਥੋਂ ਕਾਤੇ ਲੱਗਦਾ, ਇੱਥੋਂ ਲੱਗ, ਇੱਥੋਂ। ਆ ਸੱਚ ਮਦ ਹੈ ਨਾ, ਇਹੀ ਸੱਚ ਮਦ ਹੈ ਜੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੰਗ ਅੰਗ ਕਟਵਾ ਲਿਆ ਜੀ, ਅੰਗ ਅੰਗ ਕਟਵਾ ਲਿਆ ਸੱਚ ਦੀ ਮਸਤੀ ਵਿੱਚ। ਉਹ ਦੇਖ ਭਾਈ ਮਤੀ ਦਾਸ ਜੀ ਸੱਚ ਦੀ ਮਸਤੀ ਚ ਕੀ ਕਹਿੰਦੇ ਨੇ, ਆਰੇ ਨਾ ਚੀਰਨ ਦੀ ਤਿਆਰੀ ਹੈ। ਆਮ ਬੰਦਾ ਹੋਵੇ ਨਾ ਜਿਹਨੂੰ ਸੱਚ ਦਾ ਨਸ਼ਾ ਨਹੀਂ ਚੜਿਆ, ਸੋਫੀ ਹੋਵੇ ਜੀ, ਜਿਹੜਾ ਸੋਫੀ ਦਹਿਲ ਕੇ ਮਰ ਜੂਗਾ ਵੀ ਹਾਏ ਐਂ ਤਾਂ ਸੁਣਿਆ ਸੀ ਵੀ ਆਰੇ ਨਾਲ ਲੱਕੜਾਂ ਚੀਰਦੇ ਹੁੰਦੇ ਐ, ਹਾਏ ਮੈਨੂੰ ਚੀਰਨਗੇ। ਆਮ ਬੰਦਾ ਤਾਂ ਚੀਰਨ ਤੋਂ ਪਹਿਲਾਂ ਹੀ ਮਰ ਜੂ, ਹਾਰਟ ਅਟੈਕ ਹੋ ਕੇ ਜੀ। ਪਰ ਭਾਈ ਮਤੀ ਦਾਸ ਜੀ ਸੋਫੀ ਨੀ ਨਾ, ਮਤੀ ਦਾਸ ਸੱਚ ਦੇ ਨਸ਼ੇ ਵਿੱਚ ਨੇ। ਸੱਚ ਮਦ ਉਹ ਸਦਾ ਰਹਿਣ ਵਾਲਾ ਨਸ਼ਾ ਜੀ, ਉਹ ਸੱਚ ਦੇ ਨਸ਼ੇ। ਪਤਾ ਕੀ ਕਹਿੰਦੇ ਨੇ ਜਦੋਂ ਉਹਨਾਂ ਨੇ ਪੁੱਛਿਆ, ਕਹਿੰਦੇ ਵੀ ਮਤੀ ਦਾਸ ਆਖਰੀ ਖਾਹਸ਼ ਦੱਸ, ਤੈਨੂੰ ਚੀਰ ਦੇਣਾ। ਮਤੀ ਦਾਸ ਜੀ ਸੱਚ ਦੇ ਨਸ਼ੇ ਵਿੱਚ ਕੀ ਕਹਿੰਦੇ, ਜਦੋਂ ਚੱਲਿਆ ਸੀਸ ਤੇ ਆਰਾ, ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ। ਬਿਲਕੁਲ ਬਿਲਕੁਲ। ਨੌਵੇਂ ਪਾਤਸ਼ਾਹ ਕੈਦ ਕੀਤਾ ਹੋਇਆ ਸੀ ਨਾ ਪਿੰਜਰੇ ਵਿੱਚ, ਜਦੋਂ ਮਤੀ ਦਾਸ ਨੂੰ ਚੀਰ ਲੱਗੇ ਸੀ, ਪਿੰਜਰਾ ਬਾਹਰ ਕੱਢ ਲਿਆ ਸੀ ਉਹਨਾਂ ਨੇ, ਕਿਉਂਕਿ ਉਹਨਾਂ ਦੀ ਕੁਟਲ ਨੀਤੀ ਸੀ ਨਾ ਵੀ ਇਹਨਾਂ ਦੇ ਅੱਖਾਂ ਦੇ ਸਾਹਮਣੇ ਇਹਨਾਂ ਦੇ ਸਿੱਖਾਂ ਨੂੰ ਚੀਰੋ, ਕੀ ਹੈ ਡੋਲ ਹੀ ਜਾਣ ਜੀ।
ਉਸ ਵੇਲੇ ਮਤੀ ਦਾਸ ਕਹਿੰਦੇ ਨੇ ਫਿਰ ਜੋ ਚੱਲਿਆ ਸੀਸ ਤੇ ਯਾਰਾ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ। ਕਿਤੇ ਭਾਈ ਦਿਆਲਾ ਜੀ ਦੇਖੋ ਉਹ ਸੱਚ ਦੀ ਮਸਤੀ ਵਿੱਚ ਆਲੂ ਦੀ ਤਰ੍ਹਾਂ ਉਬਾਲਾ ਖਾ ਗਿਆ ਦੇਗੇ ਵਿੱਚ, ਸੱਚ ਤੋਂ ਨਹੀਂ ਡੋਲਿਆ। ਸੱਚ ਤੋਂ ਭਾਈ ਸਤੀ ਦਾਸ ਨੂੰ ਅੱਗ ਲਾ ਦਿੱਤੀ ਰੂਹ ਚ ਲਪੇਟ ਕੇ, ਸੱਚ ਤੋਂ ਨਹੀਂ ਡੋਲਿਆ, ਝੂਠ ਨਾਲ ਸਮਝੌਤਾ ਨਹੀਂ ਕੀਤਾ। ਸੋ ਗੱਲ ਚੱਲੀ ਸੀ ਆਪਾਂ ਉਸੇ ਨੁਕਤੇ ਤੇ ਆ ਜਾਈਏ ਵੀ ਇੱਕ ਹੈ ਇਹ ਸੱਚ ਮਦ, ਸੱਚ ਦਾ ਨਸ਼ਾ ਕਰਨਾ ਕਰੋ, ਬਾਣੀ ਦੇ ਸੱਚ ਦਾ ਨਸ਼ਾ ਕਰੋ ਜੀ। ਨਸ਼ਾ ਕਰਨਾ ਕਰੋ, ਚੰਗੇ ਕੰਮਾਂ ਦਾ ਨਸ਼ਾ ਕਰੋ, ਨਸ਼ਾ ਕਰਨਾ ਕਰੋ, ਦੂਜਿਆਂ ਨੂੰ ਨਸ਼ੇ ਵਿੱਚੋਂ ਕੱਢਣ ਦਾ ਨਸ਼ਾ ਕਰੋ। ਇਹ ਵੀ ਇੱਕ ਨਸ਼ਾ ਹੀ ਹੁੰਦਾ ਨਾ ਵੀ ਜਿਹੜੇ ਸਾਡੇ ਭੈਣ ਭਰਾ ਨਸ਼ੇ 'ਚ ਫਸ ਗਏ ਨਾ, ਅਸੀਂ ਉਹਨਾਂ ਨੂੰ ਕੱਢਣਾ ਨਸ਼ਿਆਂ ਦੇ ਵਿੱਚੋਂ ਜੀ ਜੀ। ਇਹ ਮੈਂ ਦੱਸਣਾ ਚਾਹੁੰਦਾ, ਚਲੋ ਵਿੱਚ ਦੀ ਕਈ ਵਾਰ ਗੱਲ ਕਰਨੀ ਪੈ ਜਾਂਦੀ ਆਪਣੀ ਵੀ। ਕਈ ਵਾਰੀ ਤਾਂ ਮੈਂ 2-2 ਘੰਟੇ ਘੰਟਾ ਕਾਉਂਸਲਿੰਗ ਕਰਦਾ ਹਾਂ ਨਸ਼ੇ ਵਾਲਿਆਂ ਦੀ। ਬਹੁਤ ਮੇਰੇ ਕੋਲ ਨੌਜਵਾਨ ਆਉਂਦੇ ਆ ਜੀ, ਸੋ ਮੈਂ ਫਰੀ ਕਾਉਂਸਲਿੰਗ ਦਿੰਦਾ ਹਾਂ ਹਮੇਸ਼ਾ। ਆਇਆਂ ਨੂੰ ਚਾਹ ਪਾਣੀ ਪਿਲਾਉਂਦਾ ਹਾਂ, ਲੱਡੂ ਵੀ ਖਵਾਉਂਦਾ ਹਾਂ, ਪਿਆਰ ਕਰਦਾ ਹਾਂ ਤੇ ਨਾਲ ਫਰੀ ਕਾਉਂਸਲਿੰਗ ਕਰਦਾ ਹਾਂ। ਘੰਟਿਆਂ ਬੱਧੀ ਮੈਂ ਫਰੀ ਕਾਉਂਸਲਿੰਗ ਕਰਦਾ ਹਾਂ। ਅੱਜ ਦੱਸਿਆ ਸਿਰਫ ਮੈਂ ਵਿੱਚ ਗੱਲ ਆ ਗਈ ਮੌਕੇ ਤੇ, ਨਹੀਂ ਮੈਂ ਬਹੁਤਾ ਨਹੀਂ ਕਰਦਾ ਹੁੰਦਾ ਗੱਲ ਜੀ ਜੀ ਜੀ। ਨਹੀਂ ਬਹੁਤ ਅੱਛਾ, ਮੈਨੂੰ ਬਹੁਤ ਜ਼ਿਆਦਾ ਬਹੁਤ ਵਧੀਆ ਕਾਰਜ ਭਾਈ ਸਾਹਿਬ ਜੀ ਜਿਹੜਾ ਇਹ ਕਰ ਰਹੇ ਜੇ ਤੁਸੀਂ ਵੀ ਪਰਸਨਲ ਜਿਹੜੀ ਕਾਉਂਸਲਿੰਗ ਹੈ, ਬੈਠ ਕੇ ਆਮਣੇ ਸਾਹਮਣੇ ਬਹਿ ਕੇ ਗੱਲ ਕਰਨੀ, ਇਹਦੇ ਨਾਲ ਬਹੁਤ ਫਰਕ ਪੈਂਦਾ ਹੈ ਤੇ ਬੜਾ ਕੌਨਫੀਡੈਂਸ ਗੇਨ ਹੁੰਦਾ ਹੈ ਸੁਣਨ ਵਾਲੇ ਦਾ ਵੀ ਜੀ। ਕਈ ਥਾਂ ਤੇ ਤਾਂ ਅਸੀਂ ਦੀਵਾਨਾਂ ਤੋਂ ਬਾਅਦ ਵੀ ਨੌਜਵਾਨਾਂ ਨੂੰ ਗੁਪਤ ਥਾਂ ਦੇ ਉੱਤੇ ਇਕੱਠੇ ਕਰ ਲੈਂਦੇ ਜੀ, ਤੇ ਘਰ ਤਾਂ ਮੇਰੇ ਕੋਲੇ ਬਹੁਤ ਜ਼ਿਆਦਾ ਆਉਂਦੇ ਹੀ ਰਹਿੰਦੇ ਆ, ਪਰ ਮੈਂ ਉਹਨਾਂ ਦੇ ਨਾਂ ਵਗੈਰਾ ਹੋਰ ਗੁਪਤ ਰੱਖਦਾ ਹਾਂ, ਸਾਰਾ ਕੁਛ ਜਾਣੀ ਕਿ ਨੂੰ ਸਮਝਾਉਂਦਾ ਹਾਂ ਉਹਨਾਂ ਨੂੰ। ਸੋ ਮੇਰਾ ਕਹਿਣ ਦਾ ਭਾਵ ਕੀ ਹੈ, ਮੈਸੇਜ ਦੇਣ ਦਾ ਵੀ ਨਸ਼ਾ ਕਰੋ, ਇਹ ਵੀ ਨਸ਼ਾ ਹੈ, ਨਸ਼ਾ ਹੈ ਸੇਵਾ ਦਾ ਨਸ਼ਾ, ਭਲੇ ਕੰਮਾਂ ਦਾ ਨਸ਼ਾ, ਨਸ਼ਾ ਕਰੋ ਜੀ। ਤੇ ਸੱਚ ਦਾ ਨਸ਼ਾ ਫਿਰ ਕਰਨ ਵਾਸਤੇ ਲਓ ਜੀ ਕਿਵੇਂ ਫਿਰ ਸੱਚ ਦੀ ਸ਼ਰਾਬ ਕੱਢਣੀ ਹੈ ਤੇ ਕਿਵੇਂ ਅੰਦਰੀ ਪੀਣੀ, ਅੰਦਰੀ ਕੱਢ ਕੇ ਅੰਦਰੀ ਪੀਣੀ ਹੈ, ਉਹ ਵੀ ਗੁਰੂ ਨਾਨਕ ਬਾਬੇ ਤੋਂ ਸੁਣ ਲਓ। ਜੋਗੀਆਂ ਨੂੰ ਇਹੀ ਸਮਝਾਇਆ ਸੀ ਗੁਰੂ ਬਾਬਾ ਜੀ ਨੇ। ਕੀ ਕਹਿੰਦੇ, ਉਹ ਕਹਿੰਦੇ ਸੀ ਨਾ ਵੀ ਅਸੀਂ ਜੀ ਆ ਸ਼ਰਾਬ ਪੀ ਕੇ ਸਮਾਧੀ ਲਾਉਣੇ ਹੈ, ਜਿਹੜਾ ਜੋਗ ਮਤ ਸੀਗਾ। ਬਿਲਕੁਲ ਉਹ ਨਸ਼ੇ ਵਰਤਦੇ ਨੇ ਨਾ ਉਹ ਲੋਕ, ਭੰਗ ਪੀਂਦੇ ਨੇ, ਅੱਕ ਧਤੂਰਾ ਸੁਲਫੇ ਗਾਂਜੇ ਪੀਂਦੇ ਨੇ ਦੇਖੋ ਜੀ। ਤੇ ਗੁਰੂ ਬਾਬਾ ਜੀ ਕਹਿੰਦੇ ਏਦਾਂ ਆ ਸਕਦਾ ਨਸ਼ਾ ਕਰਨਾ ਹੈ। ਸੁਣ ਲਓ ਇਹਦਾ ਜਾਨੀ ਕਿ ਸਮੱਗਰੀ ਕਿਹੜੀ ਹੈ, ਗੁੜ ਕਰ ਗਿਆਨ, ਧਿਆਨ ਦਾ ਭਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ, ਪ੍ਰੇਮ ਕਾ ਪੋਚਾ ਜੀ, ਇਤਰਸ ਅਮਿਉ ਚੁਆਈਐ ਜੀ। ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਤ ਕਹਿਆ ਰਹਾਓ। ਪੂਰਾ ਸਹਿਜ ਪੂਰਾ ਪ੍ਰੇਮ ਪਿਆਲਾ ਸਹਿਜੇ, ਤਿਸੇ ਪੂਰਾ ਸਾਚ ਪਿਆਲਾ ਸਹਿਜੇ, ਤਿਸੇ ਪਿਆਏ ਜਾ ਕੋ ਨਦਰ ਕਰੇ, ਅੰਮ੍ਰਿਤ ਕਾ ਵਪਾਰ ਹੋਵੇ, ਕਿਆ ਮਦ ਛੂਛੈ ਭਾਉ ਤਰੇ। ਵਾਹ, ਥੋੜੇ ਜਿਹੇ ਅਰਥ ਸੁਣ ਲਓ। ਕਹਿੰਦੇ ਪਰਮੇਸ਼ਰ ਦੇ ਨਾਲ ਸਾਂਝ ਪਾਉਣੀ ਹੈ ਜਿਹੜੀ, ਮਾਲਕ ਪਰਮੇਸ਼ਰ ਦੇ ਨਾਲ ਗਿਆਨ, ਕਹਿੰਦੇ ਇਹਨੂੰ ਤੂੰ ਸਮਝ ਲਾ ਵੀ ਇਹ ਗੁੜ ਹੈ ਜੀ, ਗਿਆਨ ਰੂਪੀ ਗੁੜ, ਮਾਲਕ ਨਾਲ ਸਾਂਝ ਪਾਉਣੀ। ਗੁੜ ਕਰ ਗਿਆਨ, ਧਿਆਨ ਕਰ ਧਾਵੈ, ਸੱਚੇ ਗਿਆਨ ਰਾਹੀਂ ਪਰਮੇਸ਼ਰ ਦੇ ਨਾਲ ਲਿਵ ਲਾਉਣੀ, ਮਾਲਕ ਵੱਲ ਧਿਆਨ ਜੋੜਨਾ ਜੀ। ਕਹਿੰਦੇ ਉਹਨੂੰ ਧਾਵੇ ਦੇ ਫੁੱਲ ਵਾਲਾ, ਧਾਵੇ ਦੇ ਕਹਿ ਲਓ, ਮੂਹੇ ਦੇ ਕਹਿ ਲਓ। ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਕਸ ਕਹਿੰਦੇ ਨੇ ਕਿੱਕਰ ਦੇ ਸੱਕ ਨੂੰ, ਜੋ ਕਸ ਪਾਉਂਦੇ, ਕਹਿੰਦੇ ਜਿਹੜੀ ਸ਼ੁਭ ਕਰਨੀ ਹੈ ਤਾਂ ਸ਼ੁਭ ਕਰਨੀ ਰੂਪੀ ਕਿੱਕਰ ਦਾ ਸੱਕ ਪਾ, ਕਰ ਕਰਨੀ ਕਸ ਪਾਈਐ। ਭਾਠੀ ਭਵਨ, ਭਾਠੀ ਕੀ ਭਾਠੀ ਦਾ ਅਰਥ ਕੀ ਹੁੰਦਾ ਹੈ ਵੀ ਜੋ ਭਾਂਡਾ ਹੁੰਦਾ ਹੈ, ਇਹ ਵਿੱਚ ਲਾਹਣ ਹੁੰਦੀ ਹੈ, ਉਹਦੇ ਥੱਲੇ ਜੋ ਅੱਗ ਬਾਲੀ ਜਾਂਦੀ ਹੈ, ਉਹ ਤੇ ਜੋ ਨਾਲ ਫਿੱਟ ਕੀਤੀ ਜਾਂਦੀ ਹੈ, ਉਹ ਸਾਰੇ ਸਿਸਟਮ ਨੂੰ ਭੱਠੀ ਕਹਿੰਦੇ ਨੇ, ਭੱਠੀ ਲਾਲੀ ਕੱਢਣ ਵਾਸਤੇ ਜੀ। ਸੋ ਪ੍ਰਤੀਕ ਦਿੱਤਾ ਗੁਰੂ ਜੀ ਨੇ, ਕਹਿੰਦੇ ਤੂੰ ਭੱਠੀ ਕਿਹੜੀ ਲਾਉਣੀ ਹੈ, ਭਾਠੀ ਭਵਨ। ਭਵਨ ਦਾ ਅਰਥ ਕੀ ਹੁੰਦਾ, ਈਮਾਨ, ਈਮਾਨ ਵੀ ਕਹਿ ਸਕਦੇ ਹੋ, ਸ਼ਰਧਾ ਵੀ ਕਹਿ ਸਕਦੇ ਹੋ, ਭਾਵਨਾ ਵੀ ਕਹਿ ਸਕਦੇ ਹੋ ਜੀ। ਵੀ ਏਦਾਂ ਭੱਠੀ ਕਿਹੜੀ ਹੈ, ਈਮਾਨ ਦੀ ਭੱਠੀ, ਭਾਵਨਾ ਦੀ ਭੱਠੀ, ਸ਼ਰਧਾ ਦੀ ਭੱਠੀ। ਭਾਠੀ ਭਵਨ, ਪ੍ਰੇਮ ਕਾ ਪੋਚਾ, ਤੇ ਉੱਤੇ ਪੋਚਾ ਕਿਹੜਾ ਫੇਰਨਾ, ਜਦੋਂ ਅੱਗ ਬਾਲਦੇ ਨਾ ਥੱਲੇ, ਉਹ ਨਾਲ ਦੇ ਰਾਹੀਂ ਜਿਹੜੀ ਭਾਫ ਜਾਂਦੀ ਹੈ, ਉਹ ਨਾਲ ਦੇ ਉੱਤੇ ਪੋਚਾ ਦੇ ਠੰਡਾ, ਤਾਂ ਕਿ ਭਾਫ ਠੰਡੀ ਕੇ ਅਰਕ ਦੇ ਵਿੱਚ ਬਦਲ ਜੇ ਨਾ, ਰਸ ਬਣ ਜੇ। ਕਹਿੰਦੇ ਤੂੰ ਪੋਚਾ ਕਿਹੜਾ ਫੇਰਨਾ, ਪ੍ਰੇਮ ਦਾ,
ਪ੍ਰੇਮ ਕਾ ਪੋਚਾ। ਪਰਮੇਸ਼ਰ ਦੇ ਪ੍ਰੇਮ ਦਾ ਪੋਚਾ ਫੇਰਨਾ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਏਦਾਂ ਇਸ ਤਰੀਕੇ ਨਾਲ ਤੇਰੇ ਅੰਦਰੋਂ ਅੰਮ੍ਰਿਤ ਰਸ ਚੋਣ ਲੱਗਦਾ ਹੈ ਜੀ, ਆਪਣੇ ਆਪ ਹੀ ਅੰਦਰ। ਇਤ ਰਸ ਅਮਿਓ ਚੁਆਈਐ। ਫਿਰ ਕਹਿੰਦੇ ਬਾਬਾ ਮਨ ਮਤਵਾਰੋ, ਬਾਬਾ ਭਾਵ ਭਾਈ ਇਹ ਜਿਹੜਾ ਮਨ ਹੈ ਨਾ, ਇਹ ਸੱਚ ਦਾ ਨਸ਼ਾ ਕਰਕੇ ਆਪਣੇ ਅੰਦਰ ਹੀ ਮਸਤ ਹੋਇਆ ਰਹਿੰਦਾ ਹੈ। ਬਾਬਾ ਮਨ ਮਤਵਾਰੋ, ਨਾਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਜੀ। ਕਹਿੰਦੇ ਫਿਰ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। ਫਿਰ ਉਹ ਸਹਿਜ ਰੰਗ ਕੀ ਹੁੰਦਾ ਹੈ? ਅਡੋਲਤਾ ਦੇ ਹੁਲਾਰੇ, ਬੈਲੈਂਸ ਸਟੇਟ ਆਫ ਮਾਈਂਡ। ਸਹਿਜ ਕੀ ਹੁੰਦਾ ਹੈ? ਮਨ ਦੀ ਅਡੋਲ ਅਵਸਥਾ। ਉਹ ਅਡੋਲ ਅਵਸਥਾ ਦੇ ਹਵਾਰੇ ਜੋ ਹੁਲਾਰੇ ਹੈ। ਕਹਿੰਦੇ ਫਿਰ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ ਜੀ। ਇਹ ਸਹਿਜ ਦੇ ਰੰਗ ਵਿੱਚ, ਅਡੋਲਤਾ ਦੇ ਰੰਗ ਵਿੱਚ ਉਹ ਰਚਿਆ ਰਹਿੰਦਾ ਹੈ। ਕਹਿੰਦੇ ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਆਏ ਜਾ ਕੋ ਨਦਰ ਕਰੇ। ਜਿਹੜਾ ਇਹ ਸੱਚ ਦਾ ਪਿਆਲਾ ਹੈ ਨਾ, ਸੱਚ ਦਾ ਨਸ਼ਾ ਹੈ, ਜੋ ਪੂਰਾ ਪਰਮੇਸ਼ਰ ਹੈ, ਪਰਿਪੂਰਨ ਪ੍ਰਮਾਤਮਾ ਹੈ, ਪੂਰਾ ਸਾਚ ਪਿਆਲਾ ਸਹਿਜੇ ਤਿਸੇ, ਆਤਮ ਅਡੋਲਤਾ ਦੇ ਵਿੱਚ ਜੋ ਟਿਕ ਜਾਂਦਾ ਹੈ। ਫਿਰ ਟਿਕਿਆ ਹੋਇਆ ਮਨ ਹੀ ਪੀਂਦਾ ਨਾ ਇਸ ਨੂੰ, ਭਟਕਾ ਮਨ ਤਾਂ ਪੀ ਨਹੀਂ ਸਕਦਾ। ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਆਏ ਜਾ ਕੋ ਨਦਰ ਕਰੇ, ਤੇ ਉਸ ਨੂੰ ਹੀ ਪਿਆਉਂਦਾ ਮਾਲਕ ਜਿਸ ਉੱਤੇ ਮਿਹਰ ਦੀ ਕਿਰਪਾ ਕਰਦਾ ਹੈ, ਮਿਹਰ ਦੀ ਨਿਗਾਹ ਕਰਦਾ ਹੈ। ਬਿਲਕੁਲ। ਤਿਸੇ ਪਿਆਏ ਜਾ ਕੋ ਨਦਰ ਕਰੇ, ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਸੂਸ਼ੈ ਭਉ ਧਰੇ। ਫਿਰ ਕਹਿੰਦੇ ਜਿਹੜਾ ਅੰਮ੍ਰਿਤ ਦਾ ਵਪਾਰੀ ਹੋਵੇ, ਆਤਮਕ ਰਸ ਦਾ ਵਪਾਰੀ ਹੋਵੇ, ਕਹਿੰਦੇ ਫਿਰ ਉਹਨੇ ਹੋਸ਼ੇ ਪਹਿਲਾਂ ਨਾ ਕੀ ਪਿਆਰ ਪਾਉਣਾ, ਕਿਆ ਮਦ ਛੂਛੈ ਭਉ ਧਰੇ। ਇਹ ਛੂਛੇ ਮਦ ਕਿਹਾ ਗੁਰੂ ਜੀ ਨੇ, ਜਿਹੜੇ ਨਸ਼ੇ ਨੇ, ਕਿਆ ਮਦ ਛੂਛੈ ਭਉ ਧਰੈ। ਕਹਿੰਦੇ ਉਹ ਕੀ ਇਹਨਾਂ ਹੋਸ਼ੇ ਨਸ਼ਿਆਂ ਦੇ ਨਾਲ ਪਿਆਰ ਪਾਊਗਾ। ਇਸ ਕਰਕੇ ਏਦਾਂ ਅਸੀਂ ਸੱਚ ਦਾ ਨਸ਼ਾ ਕਰਨਾ ਹੈ। ਤੇ ਝੂਠੇ ਨਸ਼ੇ ਜਿਹੜੇ ਬਾਣੀ ਨੇ ਇੱਕ ਦੋ ਪਾਣ ਹੋਰ ਦੇ ਦਿਆਂ, ਜੇ ਭਗਤ ਰਵਿਦਾਸ ਜੀ ਮਹਾਰਾਜ ਦਾ ਬਹੁਤ ਸੋਹਣਾ ਵਚਨ ਹੈ। ਕੀ ਕਹਿੰਦੇ? ਸੋਸਰੀ ਸਲਲ ਕ੍ਰਿਤ ਬਾਰ ਨੀ ਰੇ, ਸੰਤ ਜਨ ਕਰਤ ਨਹੀਂ ਪਾਣ। ਕਹਿੰਦੇ ਸ਼ਰਾਬ ਭਾਵੇਂ ਕਹਿੰਦੇ ਗੰਗਾ ਦੇ ਪਾਣੀ ਤੋਂ ਬਣੀ ਹੋਵੇ, ਕਹਿੰਦੇ ਰੱਬ ਦੇ ਪਿਆਰੇ ਨਹੀਂ ਪੀਂਦੇ, ਰੱਬ ਦੇ ਪਿਆਰੇ ਨਹੀਂ ਪੀਂਦੇ। ਸੋ ਇਹ ਨਸ਼ੇ ਤੋਂ ਸਾਨੂੰ ਵਰਜਿਆ। ਤੇ ਇੱਕ ਨਸ਼ਿਆਂ ਦੇ ਵਿੱਚ ਅੱਜ ਦੇ ਹਾਲਾਤ ਮੈਂ ਨਾਲ ਹੁਣ ਕਹਿ ਦਿਆਂ ਥੋੜਾ ਜਿਹਾ। ਦੇਖੋ ਸਾਰਿਆਂ ਨੂੰ ਪਤਾ ਹੈ ਵੀ ਹੁਣ ਥੋੜੇ ਦਿਨ ਪਹਿਲਾਂ ਹੀ ਪੰਜਾਬ ਵਿੱਚ ਤਰਨਤਾਰਨ, ਗੁਰਦਾਸਪੁਰ ਭਾਵੇਂ ਇਸ ਇਲਾਕੇ ਦੇ ਵਿੱਚ ਸੈਂਕੜੇ ਮੌਤਾਂ ਹੋ ਚੁੱਕੀਆਂ ਸ਼ਰਾਬ ਪੀ ਕੇ। ਪਰ ਉਹਦੇ ਵਿੱਚ ਮੈਂ ਇੰਨਾ ਵੀ ਕਹਿ ਦੇਵਾਂ, ਵੱਡਾ ਮਗਰਮੱਛ ਤਾਂ ਕੋਈ ਨਹੀਂ ਫੜਿਆ, ਐਵੇਂ ਛੋਟੀਆਂ ਕਾਰਵਾਈਆਂ ਕੀਤੀਆਂ ਜੀ। ਉਹ ਨਕਲੀ ਡਿਸਟਿਲਰੀਆਂ ਲਾਉਣ ਵਾਲੇ ਕੌਣ ਨੇ, ਸਾਰਾ ਕੁਛ ਉਹ ਨਹੀਂ। ਅਸਲ ਦੇ ਵਿੱਚ ਇੱਥੇ ਜਿਹੜੀ ਤਿੱਕੜੀ ਹੈ ਨਾ, ਇਹ ਟੁੱਟ ਨਹੀਂ ਰਹੀ। ਤਿੱਕੜੀ ਸਮਝ ਗਏ ਨਾ, ਵਿਗੜੇ ਲੀਡਰ, ਵਿਗੜੇ ਅਫਸਰ ਤੇ ਸਮਗਲਰ ਜੀ, ਇਹ ਤਿੱਕੜੀ ਟੁੱਟ ਨਹੀਂ ਰਹੀ। ਸੋ ਇਸ ਕਰਕੇ ਕਿਵੇਂ ਦੇਖੋ, ਆ ਹੁਣ ਸੈਂਕੜੇ ਲੋਕ ਮਰ ਕੇ ਹਟੇ ਆ, ਕੋਈ ਨਕਲੀ ਸ਼ਰਾਬਾਂ ਪੀ ਕੇ ਜੀ। ਸੋ ਜੇ ਆਪਾਂ ਪਿੱਛੋਂ ਤੋਂ ਲਾਈਏ ਵੀ ਇਹ ਪਾਲਿਸੀਆਂ ਚੱਲੀਆਂ ਆਈਆਂ, ਹੁਣ ਆਪਾਂ ਸਮਝ ਗਏ ਨਸ਼ੇ ਕਿਉਂ ਫੈਲਦੇ। ਇੱਕ ਤਾਂ ਨਸ਼ੇ ਨੂੰ ਧਾਰਮਿਕ ਮਾਨਤਾ ਦਿੱਤੀ, ਆਪਾਂ ਪਹਿਲਾਂ ਸਮਝ ਲਿਆ। ਜਦੋਂ ਇੱਥੇ ਭੰਗ ਨੂੰ ਭੋਗ ਲਵਾਏ ਜਾਂਦੇ ਆ, ਇੱਥੇ ਤਾਂ ਜਾਨੀ ਕਿ ਕਾਲੀ ਦੇਵੀ ਨੂੰ ਸ਼ਰਾਬਾਂ ਦੇ ਭੋਗ ਲਵਾਏ ਜਾਂਦੇ ਆ, ਇੱਥੇ ਤਾਂ ਬੂਬਣੇ ਦਾ ਸਾਧਾਂ ਦੇ ਉੱਤੇ ਸ਼ਰਾਬਾਂ ਦੇ ਭੋਗ ਲਵਾਏ ਜਾਂਦੇ। ਨਸ਼ੇ ਫੈਲਣੇ ਸੀਗੇ, ਭਾਵ ਕਿ ਨਸ਼ੇ ਨੂੰ ਧਾਰਮਿਕ ਮਾਨਤਾ ਦੇ ਦਿੱਤੀ। ਤੇ ਦੂਜਾ ਰਾਜਨੀਤਿਕ ਲੋਕਾਂ ਨੇ ਫੈਲਾਇਆ ਸਾਰਾ ਕੁਛ, ਜੋ ਸਮਾਇਕ ਹੈ, ਸ਼ਰਾਬ ਹੈ, ਸਾਰਾ ਇਹ ਜੋ ਡਰੱਗ ਮਾਫੀਆ, ਇਹਨਾਂ ਨੇ ਸਾਰੇ ਨਸ਼ੇ ਫੈਲਾਏ ਹੈ। ਇਹ ਅੱਜ ਤੋਂ ਨਹੀਂ ਚੱਲਿਆ, ਇਹ ਤਾਂ ਆਪਾਂ ਕਹ ਲਓ ਬਹੁਤ ਲੰਮੇ ਸਮੇਂ ਤੋਂ ਪਹਿਲਾਂ ਤੋਂ ਚੱਲਦਾ ਆਇਆ। ਜੇ ਪਿੱਛੋਂ ਤੋਂ ਮੈਂ ਥੋੜਾ ਇਤਿਹਾਸਕ ਰਮਜਾਂ ਦੇ ਦਿਆਂ ਜੀ ਬਿਲਕੁਲ, ਵੀ ਜਿਵੇਂ ਕਿ ਦੇਖੋ ਆਪਾਂ ਕਹਿ ਲਓ ਵੀ ਆ ਗੋਰਿਆਂ ਤੇ ਲਾ ਲਓ, ਨਾਲੇ ਪਤਾ ਜਿਹੜੇ ਬਹੁਤੀਆਂ ਸਿਫਤਾਂ ਕਰਦੇ ਰਹਿੰਦੇ ਨੇ। ਦੇਖੋ ਇਹਨਾਂ ਨੇ ਕੀ ਹੋਇਆ, 1960 ਦੇ ਵਿੱਚ ਨਾ ਕਾਲਿਆਂ ਦੇ ਵਿੱਚ ਜਾਗਰਤੀ ਆਉਣੀ ਸ਼ੁਰੂ ਹੋਈ। ਅਮਰੀਕਾ ਦੇ ਗੋਰਿਆਂ ਨੇ ਇਸ ਜਾਗਰਤੀ ਲਹਿਰ ਨੂੰ ਪੁੱਠੇ ਪਾਸੇ ਪਾਉਣ ਵਾਸਤੇ ਕਾਲਿਆਂ ਦੇ ਇਲਾਕਿਆਂ ਦੇ ਵਿੱਚ ਨਸ਼ੇ ਨਹੀਂ ਫੈਲਾਏ ਅਮਰੀਕਾ ਦੇ ਵਿੱਚ। ਬਿਲਕੁਲ ਪਿੱਛੋਂ ਤੋਂ 1960 ਤੋਂ ਦੱਸਦੇ ਨੇ, ਪਿੱਛੋਂ 1960 ਤੋਂ। ਤੇ ਉਸ ਤੋਂ ਬਾਅਦ ਫਿਰ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀ ਰੈੱਡ ਇੰਡੀਅਨ ਲੋਕ, ਰੈੱਡ ਇੰਡੀਅਨ ਕਹਿੰਦੇ ਸੀ ਉਹਨਾਂ ਨੂੰ, ਰੈੱਡ ਇੰਡੀਅਨ ਨਸ਼ੇ 'ਚ ਬਰਬਾਦ ਕੀਤਾ। ਤੇ ਉਹਨਾਂ ਦੀ ਕੀ ਹਾਲਤ ਹੈ ਨਿਊਯਾਰਕ ਡਾਊਨਟਾਊਨ, ਮੈਂ ਖੁਦ ਦੇਖ ਕੇ ਆਇਆ ਅੱਖਾਂ ਦੇ ਨਾਲ ਜੀ। ਬਿਲਕੁਲ। ਸੋ ਕਹਿਣ ਦਾ ਭਾਵ ਇਹ ਕਿਤੇ ਆਸਟ੍ਰੇਲੀਆ ਦੇ ਵਿੱਚ ਗੋਰਿਆਂ ਨੇ, ਉੱਥੋਂ ਦੇ ਮੂਲ ਨਿਵਾਸੀ ਸੀ, ਅਬਯੋਰਬਨ ਕਹਿੰਦੇ ਸੀ ਉਹਨਾਂ ਨੂੰ, ਨਸ਼ਿਆਂ 'ਚ ਪਾ ਕੇ ਕਬਜ਼ ਕੀਤਾ।
ਕਿਤੇ ਨਿਊਜ਼ੀਲੈਂਡ ਦੇ ਵਿੱਚ ਮੌਰੀ ਲੋਕ ਸੀ, ਮੌਰੀਸ ਜੀ, ਉਹ ਮੌਰੀਆਂ ਦੇ ਇਲਾਕੇ ਵੀ ਮੈਂ ਦੇਖ ਕੇ ਆਇਆ। ਨਿਊਜ਼ੀਲੈਂਡ ਦੇ ਵਿੱਚ ਮੈਂ ਅਕਸਰ ਦੇਖ ਕੇ ਆਇਆ ਸ਼ਰਾਬ ਪੀਤੀਆਂ ਹੋਈਆਂ ਲੜਕੀਆਂ ਵੀ ਗੱਡੀਆਂ 'ਚ ਵੱਜਦੀਆਂ ਫਿਰਦੀਆਂ। ਅਸੀਂ ਉਸ ਇਲਾਕੇ ਵਿੱਚ, ਮੈਨੂੰ ਲੈ ਕੇ ਗਏ ਕੁਝ ਸਾਡੇ ਵੀਰ, ਅਸੀਂ ਦਿਖਾ ਕੇ ਲਿਆਉਣੇ ਆ। ਅਸੀਂ ਗਏ, ਇੱਕ ਲੜਕੀ ਸਾਡੀ ਗੱਡੀ 'ਚ ਵੀ ਆ ਵੱਜੀ ਸੀ, ਪਰ ਗੱਡੀ ਬਹੁਤ ਹੌਲੀ ਸੀ, ਬਚਤ ਹੋ ਗਈ। ਸ਼ਰਾਬ ਪੀਤੀ, ਅੱਗੇ ਆ ਕੇ ਬੋਰਨਟ ਦੇ ਉੱਤੇ ਆਏ ਏਦਾਂ ਹੱਥ ਕਰਕੇ ਏਦਾਂ ਮਾਰੇ। ਤੇ ਮੈਂ ਪੁੱਛਿਆ ਕੌਣ ਹੈ, ਕਹਿੰਦੇ ਨਿਊਜ਼ੀਲੈਂਡ ਦੇ ਮੂਲ ਨਿਵਾਸੀ ਹੈ ਇਹ। ਇਹਨਾਂ ਦਾ ਦੇਸ਼ ਸੀਗਾ, ਇਹਨਾਂ ਦਾ ਦੇਸ਼ ਸੀ ਇਹ। ਸੋ ਨਸ਼ਾ 'ਚ ਪਾ ਕੇ, ਫਿਰ ਅੱਗੇ ਆ ਜਾਓ, ਜਾਪਾਨੀਆਂ ਨੇ ਚੀਨੀਆਂ ਨੂੰ ਨਸ਼ਾ 'ਚ ਪਾ ਕੇ ਕਾਬੂ ਕਰਕੇ ਰੱਖਿਆ ਸੀਗਾ ਜੀ। ਬਿਲਕੁਲ, ਜਿਹੜੇ ਪੜ੍ਹਦੇ ਜਾਂ 1948 ਦੀ ਚੀਨ ਦੀ ਕ੍ਰਾਂਤੀ ਦੇਖੋ, ਪੜ੍ਹਦੇ ਜਿਹੜੇ ਪੜ੍ਹਨ ਜਾਂ ਇਤਿਹਾਸ ਜਾਣਦੇ ਆ, ਕਿਵੇਂ ਫਿਰ ਉਹਨਾਂ ਨੇ ਫੀਮ ਨੂੰ ਦੇਸ਼ ਨਿਕਾਲਾ ਦਿੱਤਾ, ਕਿਵੇਂ ਆਪਣੇ ਲੋਕਾਂ ਨੂੰ ਕੰਮ ਤੇ ਲਾਇਆ, ਫੈਕਟਰੀਆਂ ਖੋਲੀਆਂ, ਤੇ ਅੱਜ ਚੀਨ ਕਹਿ ਲਓ ਵੀ ਦੁਨੀਆ ਦੀ ਇੱਕ ਤਾਕਤ ਬਣਿਆ। ਬਿਲਕੁਲ। ਤੇ 1948 ਤੋਂ ਪਹਿਲਾਂ ਕੀ ਹਾਲ ਸੀ ਨਸ਼ਿਆਂ ਦੇ ਵਿੱਚ ਚੀਨ ਦਾ ਜੀ। ਇੱਥੇ ਹੀ ਬਸ ਨਹੀਂ, ਹੁਣ ਤਾਂ ਮੈਂ ਅੱਗੇ ਸੰਖੇਪ ਕਹਿ ਦਿਆਂ, ਕਿਤੇ ਬ੍ਰਿਟੇਨ ਨੇ ਆਇਰਲੈਂਡ ਦੇ ਲੋਕਾਂ ਨੂੰ ਜੋ ਆਜ਼ਾਦੀ ਦੀ ਲਹਿਰ ਨੂੰ ਝੁੱਟਦੀ ਸੀ ਦਬਾਉਣ ਵਾਸਤੇ, ਉੱਥੇ ਵੀ ਫਿਰ ਸ਼ਰਾਬ ਦੀਆਂ ਡਿਸਟਿਲਰੀਆਂ ਖੋਲੀਆਂ। ਰੂਸ ਨੇ ਮੰਗੋਲੀਆ ਨੂੰ ਨਸ਼ਿਆਂ ਵਿੱਚ ਪਾਇਆ ਜੀ। ਬਹੁਤ ਲੰਮੇ ਨੇ ਗੱਲਾਂ। ਆਪਣੇ ਤੇ ਆ ਜਾਓ, ਅੰਗਰੇਜ਼ਾਂ ਨੇ ਜਦੋਂ ਇੱਥੇ ਰਾਜ ਹੋਇਆ ਇਹਨਾਂ ਦਾ 1849 ਈਸਵੀ ਜੀ, 18 ਈਸਵੀ ਭੁੱਲ ਗਿਆ ਤਾਂ ਮੈਨੂੰ ਮਾਫ ਕਰ ਦਿਓ ਜੀ। 1849 ਜੀ, 1849 ਠੀਕ ਨਾ, ਚਲੋ ਜੀ। 1849 ਦੇ ਵਿੱਚ ਤੁਹਾਨੂੰ ਪਤਾ, 49 ਤੋਂ ਬਾਅਦ ਕਹਿ ਲਓ, ਪਹਿਲਾਂ ਤਾਂ ਅਣਖੀ ਜਿਹੜੇ ਅਣਖ ਵਾਲੇ ਨਿਹੰਗ ਸਿੰਘ ਸੀ, ਉਹਨਾਂ ਨੂੰ ਚੁਣ ਕੇ ਮਾਰਿਆ, ਤੇ ਰਹਿੰਦਿਆਂ ਨੂੰ, ਜਿਹੜੇ ਬਚ ਗਏ ਰਹਿੰਦਿਆਂ ਨੂੰ ਕੀ ਹੋਇਆ, ਪੋਸਤ, ਭੰਗ, ਅਫੀਮ, ਸ਼ਰਾਬਾਂ ਦੇ ਵਿੱਚ ਪਾਇਆ। ਇਹ ਅੰਗਰੇਜ਼ਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਏ ਆ ਜਿਹੜੇ ਨਿਹੰਗ ਸਿੰਘ। ਅੱਜ ਵੀ ਸਾਡੇ ਨਿਹੰਗ ਸਿੰਘ ਆ ਜਿਹੜੇ ਉਹ ਨਸ਼ਿਆਂ ਦੀ ਗ੍ਰਿਫਤ ਚ ਆ ਚੁੱਕੇ ਆ। ਇਹ ਅੰਗਰੇਜ਼ਾਂ ਨੇ ਨਿਹੰਗ ਸਿੰਘਾਂ ਨੂੰ ਪਾਇਆ ਸੀਗਾ, ਕਿਉਂਕਿ ਨਿਹੰਗ ਸਿੰਘ ਕਹਿ ਲਓ ਇੱਕ ਬਹਾਦਰ ਸੀ ਜੀ, ਇੱਕ ਮਾਰਸ਼ਲ ਦਸਤਾ ਸੀ ਸਾਡਾ, ਕਹਿ ਲਓ ਆਪਾਂ। ਉਹਨਾਂ ਨੂੰ ਨਸ਼ਿਆਂ ਚ ਪਾ ਕੇ ਕਿਵੇਂ ਬਰਬਾਦ ਕੀਤਾ, ਅੱਜ ਤੱਕ ਦੇਖ ਲਓ ਤੁਸੀਂ। ਅੱਜ ਤੱਕ ਜੋ ਚੌਂਕਾਂ ਦੇ ਵਿੱਚ ਨਾ ਇਹ ਫਰੀ ਪਿਆਉਂਦੇ ਹੁੰਦੇ ਸੀ ਉਸ ਵੇਲੇ, ਚਾਹ ਲਿਆ ਕੌਫੀ ਨਹੀਂ, ਇੱਥੇ ਤਾਂ ਚਾਹ ਵੀ ਨਹੀਂ ਕੋਈ ਪੀਂਦਾ ਸੀ। ਹਾਂਜੀ, ਖੁਰਾਕਾਂ ਖਾਣ ਵਾਲੇ ਗੱਭਰੂ ਕਹਿ ਲਓ ਵੀ। ਅੱਜ ਤਾਂ ਮੁਕਾਬਲੇ ਵੀ ਏਦਾਂ ਦੇ ਹੋ ਗਏ, ਤੁਸੀਂ ਸ਼ਾਇਦ ਸੁਣਿਆ ਹੋ, ਮੈਂ ਤਾਂ ਇੱਕ ਵਾਰੀ ਹੈਰਾਨ ਰਹਿ ਗਿਆ ਪੜ੍ਹ ਕੇ। ਪਹਿਲਾਂ ਮੁਕਾਬਲੇ ਹੁੰਦੇ ਸੀਗੇ, ਕਹਿੰਦੇ ਵੀ 3 ਕਿਲੋ ਘਿਓ ਖਾ ਗਿਆ, ਜਾਂ ਵੀ 5 ਕਿਲੋ ਮਠਿਆਈ ਖਾ ਗਿਆ, ਜਾਂ ਉਹ ਤਾਂ ਜੀ 5 ਕਿਲੋ ਦੁੱਧ ਪੀ ਗਿਆ। ਪਰ ਅੱਜ ਮੁਕਾਬਲੇ ਕੀ ਹੁੰਦੇ ਆ, ਕਹਿੰਦੇ ਕਮਾਲ ਕਰਦੀ ਯਾਰ, 3 ਬੋਤਲਾਂ ਪੀ ਕੇ ਅੰਗਰੇਜ਼ੀਆਂ ਕਹਿੰਦੇ ਸਿੱਧੇ ਹੀ ਤੁਰਿਆ, ਕਹਿੰਦੇ ਕਾਰ ਜਿੱਤ ਲਈ। ਕਮਾਲ ਹੋ ਗਈ ਅੱਜ ਦੇ ਮੁਕਾਬਲੇ। ਕਹਿੰਦੇ 3 ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਪੀ, ਕਹਿੰਦੇ ਜਮਾ ਸਿੱਧਾ ਤੁਰਿਆ ਗਿਆ, ਕਹਿੰਦੇ ਐ ਜਮਾ ਡਿੱਗਿਆ ਨਹੀਂ, ਆਏ ਸਿੱਧਾ, ਕਹਿੰਦੇ ਕਾਰ ਜਿੱਤ ਗਿਆ। ਦੇਖੋ ਬੈਠਾ ਸਾਡਾ, ਦੇਖੋ ਕਹਿਣ ਦਾ ਭਾਵ, ਆ ਦੁੱਧ ਦਹੀਆਂ ਨਾਲ ਪਲਣ ਵਾਲੇ ਪੰਜਾਬ ਦੇ ਗੱਭਰੂ, ਗੁੜ ਸ਼ੱਕਰ ਖਾਣ ਵਾਲੇ ਕਹਿ ਲੋ, ਮੱਕੀ ਦੇ ਰੋਟੀਆਂ ਸਾਗ ਖਾਣ ਵਾਲੇ ਕਹਿ ਲੋ ਜੀ, ਤੇ ਗੁੜ ਤੇ ਘਿਓ ਐ ਦੰਦੀਆਂ ਵੱਢ ਕੇ ਖਾਣ ਵਾਲੇ, ਤੇ ਅੱਜ ਸਮੈਕ ਤੇ ਸ਼ਰਾਬਾਂ 'ਚ ਕੀ ਹਾਲ ਹੋ ਗਿਆ ਦੇਖੋ। ਬਿਲਕੁਲ, ਕਿੱਦਾਂ ਸਾਹਸ ਦਾ ਸ਼ਿਕਾਰ ਹੋਏ। ਸੋ ਏਦਾਂ ਜੋ ਭਾਈ ਨਸ਼ੇ ਨੇ, ਕਹਿਣ ਦਾ ਭਾਵ ਨੇ ਬਹੁਤ ਜ਼ਿਆਦਾ ਬਰਬਾਦੀ ਕੀਤੀ ਹੈ। ਇਸ ਕਰਕੇ ਅਸੀਂ ਬਚਣਾ ਹੈ। ਤੇ ਨਾਲ ਮੈਂ 1-2 ਗੱਲਾਂ ਕਹਿ ਦਿਆਂ, ਇੱਕ ਕਹਾਣੀ ਸੁਣਾ ਦਿਆਂ ਮੈਂ ਜੀ। ਸੁਣਾ ਦਿਓ ਜੀ। ਸਾਰੀ ਹੈ ਤਾਂ ਹਾਸੇ ਜਿਹੀ ਵਾਲੀ। ਕਹਿੰਦੇ ਇੱਕ ਵਾਰੀ ਕੀ ਹੋਇਆ ਨਾ, ਕਿਸੇ ਥਾਂ ਦੇ ਉੱਤੇ ਭਾਂਡਾ ਰੱਖਿਆ ਹੋਇਆ ਸੀ, ਉਹ ਲਾਹਣ ਕੱਢ ਕੇ, ਉਸ ਭਾਂਡੇ ਵਿੱਚ ਲਾਹਣ ਹੈ, ਉਹ ਕੀ ਹੋਇਆ, ਕਿਤੇ ਉਹਦੇ ਉੱਪਰ ਢੱਕਣ ਹੈ ਨਹੀਂ ਸੀਗਾ, ਇੱਕ ਚੂਹਾ ਆ ਗਿਆ। ਚੂਹਾ ਉਸ ਲਾਹਣ ਵਾਲੇ ਭਾਂਡੇ ਤੇ ਚੜ ਗਿਆ ਜੀ, ਤੇ ਚੂਹਾ ਕੀ ਹੋਇਆ, ਚੂਹੇ ਦੀ ਆਦਤ ਹੁੰਦੀ ਹੈ, ਉਹ ਕਿਨਾਰੀ ਤੇ ਭੱਜਿਆ ਫਿਰਿਆ। ਕਿਨਾਰੀ ਤੇ ਭੱਜਦੇ ਚੂਹੇ ਦੀ ਪੂਛ ਕਿਤੇ ਵਿੱਚ ਪੈ ਗਈ, ਤੇ ਚੂਹੇ ਦੀ ਪੂਛ ਕਹਿੰਦੇ ਭਿੱਜ ਗਈ ਸ਼ਰਾਬ ਦੇ ਨਾਲ ਜੀ। ਜਦੋਂ ਭਿੱਜ ਗਈ, ਇੰਨੇ ਨੂੰ ਕੋਈ ਖੜਕਾ ਜਿਹਾ ਹੋਇਆ, ਤੇ ਚੂਹਾ ਭੱਜ ਗਿਆ। ਤੇ ਚੂਹਾ ਭੱਜ ਗਿਆ, ਤੇ ਕਿਤੇ ਉਹਲੇ ਜਾ ਕੇ ਕਿਤੇ ਚੂਹੇ ਨੇ ਆਪਣੀ ਪੂਛ ਚੱਟ ਲਈ। ਪੂਛ ਚੱਟੀ ਤੇ ਚੂਹਾ ਹੋ ਗਿਆ ਸ਼ਰਾਬੀ। ਸ਼ਰਾਬੀ ਹੋਇਆ ਚੂਹਾ, ਲੱਗ ਗਿਆ ਕਿ ਲਲਕਰੇ ਮਾਰਨ, ਕਹਿੰਦਾ ਉਹ ਕਿਹੜੀ ਬਿੱਲੀ ਬੁੱਲੀ ਐ, ਆਵੇ ਅੱਜ ਕਿਹੜੀ 2 ਹੱਥ ਬਿੱਲੀ ਨਾਲ। ਜੋ ਲਲਕਰੇ ਮਾਰਦਾ ਰਿਹਾ, ਚੂਹਾ ਹਟੇ ਹੀ ਨਾ, ਕਹਿੰਦੇ ਆਵੇ ਕਿਹੜੀ ਬਿੱਲੀ ਬੁੱਲੀ ਆ, ਦੇਖਾਂਗੇ 2 ਹੱਥ ਅੱਜ।
ਕਹਾਣੀ ਕਹਿੰਦੀ ਹੈ ਬਿੱਲੀ ਆ ਗਈ। ਜਦੋਂ ਬਿੱਲੀ ਆ ਗਈ ਨਾ, ਭੱਜਿਆ ਨਹੀਂ, ਕਿਉਂਕਿ ਸ਼ਰਾਬੀ ਹੈ ਨਾ, ਕਰਕੇ ਨਾ ਟਾਂਗੜੀਆਂ ਉੱਪਰ ਨੂੰ ਤੇ ਲੱਗ ਗਿਆ ਮੁੱਛਾਂ ਜੀਆਂ ਹਿਲਾਉਣ, ਮੁੱਛਾਂ ਜੀਆਂ ਹਿਲਾਉਣ ਲੱਗਿਆ, ਕਹਿੰਦਾ ਆ ਜਾ ਆ ਜਾ ਆ ਜਾ। ਜਦੋਂ ਮੁੱਛਾਂ ਜੀਆਂ ਹਿਲਾਉਣ ਲੱਗ ਗਿਆ, ਹੁਣ ਆਪੇ ਤੁਸੀਂ ਹਿਸਾਬ ਲਾ ਲਿਓ ਵੀ ਚੂਹੇ ਨੇ ਬਿੱਲੀ ਢਾਲੀ ਕਿ ਚੂਹਾ ਖਾਧਾ ਗਿਆ। ਇਹ ਤੁਹਾਡੇ ਤੇ ਛੱਡਿਆ, ਤੁਸੀਂ ਤੇ ਫੈਸਲਾ ਕਰ ਲਿਓ। ਸ਼ਰਾਬੀ ਚੂਹੇ ਨੇ ਬਿੱਲੀ ਢਾਲੀ ਕਿ ਖਾਧਾ ਗਿਆ, ਹੁਣ ਭਾਈ ਤੁਹਾਡੇ ਤੇ ਫੈਸਲਾ ਜੀ, ਆਪੇ ਤੁਸੀਂ ਫੈਸਲਾ ਕਰ ਲਿਓ। ਸੋ ਕਹਿਣ ਦਾ ਭਾਵ ਕੀ ਹੈ, ਏਦਾਂ ਹੀ ਹੁੰਦਾ ਨਾ, ਸ਼ਰਾਬ ਦੇ ਨਸ਼ੇ ਵਿੱਚ ਲਲਕਰੇ ਮਾਰਦਾ ਵੱਢਿਆ ਜਾਂਦਾ ਜੀ। ਜਿਹਦੇ ਘਰ ਮੂਹਰੇ ਲਲਕਰੇ ਮਾਰਦਾ ਨਾ, ਸ਼ੇਰ ਬਣਿਆ ਹੁੰਦਾ, ਅਗਲਾ ਕਹਿੰਦਾ ਉਹ ਪਿਆ ਚੱਕ ਲੋ ਵੱਡੇ ਵੇਲੀ ਨੂੰ। ਸੋ ਕਹਿਣ ਦਾ ਭਾਵ ਕੀ ਹੈ, ਤੇ ਉਹ ਨਾਅਰਾ ਯਾਦ ਰੱਖਿਓ ਕਿ ਨਾਅਰਾ ਵੀ ਪ੍ਰਚਲਿਤ ਹੈ। ਇਹ ਮੈਨੂੰ ਸੱਜਣ ਦਾ ਨਾਂ ਨਹੀਂ ਯਾਦ, ਆਪਣੇ ਗੁਰਸਿੱਖ ਨੇ ਨਾਅਰਾ ਬਣਾਇਆ ਸੀ, ਚਲੋ ਮਾਫ ਕਰਨਾ, ਸਲੋਗਨ ਕਹਿ ਲਓ ਇਹਨੂੰ। ਕਹਿੰਦੇ ਬੋਤਲ ਭੰਨੋ ਪਗੜੀ ਬੰਨੋ, ਬੋਤਲ ਭੰਨੋ ਪਗੜੀ ਬੰਨੋ, ਗਲਾਸੀ ਸੁੱਟੋ ਪੋਥੀ ਚੁੱਕੋ। ਮੈਨੂੰ ਨਾ ਖਿਆਲ ਚ ਆ ਰਿਹਾ, ਗੁਰਬਖਸ਼ ਸਿੰਘ ਉਹਨਾਂ ਦਾ ਨਾਂ ਹੈ ਮੇਰੇ ਖਿਆਲ, ਗੁਰਮੁਖਾਂ ਦਾ। ਉਹਨਾਂ ਨੇ ਇਹ ਬਣਾਇਆ ਸੀ, ਉਦੋਂ ਬਹੁਤ ਚੱਲਿਆ ਸੀ ਇਹ, ਸ਼ਾਇਦ ਤੁਸੀਂ ਸੁਣਿਆ ਹੋਵੇ। ਇਹ ਸਲੋਗਨ ਸਾਡੇ ਇੱਧਰ ਬਹੁਤ ਪ੍ਰਚਲਿਤ ਹੋਇਆ ਸੀ ਜੀ। ਇਹ ਦ੍ਰਿੜ ਕਰ ਲਓ, ਬੋਤਲ ਭੰਨੋ ਪਗੜੀ ਬੰਨ, ਕਿਉਂਕਿ ਬੋਤਲ ਪੀਣ ਵਾਲਿਆਂ ਦੀ ਪਗੜੀ ਰੁਲ ਜਾਂਦੀ ਹੈ ਨਾ। ਅਣਖ ਹੋਵੇ ਤਾਂ ਬੋਤਲ ਨੂੰ ਮਾਰੇ ਚਲ ਕੰਧ ਦੇ ਨਾਲ ਵੀ, ਇਹਦੇ ਹੱਥ ਨਹੀਂ ਲਾਉਣਾ, ਮੁੜ ਕੇ ਚੰਦਰੀ ਨੇ ਮੇਰੀ ਪੱਗ ਢਾਤੀ ਜੀ ਜੀ। ਇਸ ਕਰਕੇ ਬੋਤਲ ਭੰਨੋ ਪਗੜੀ ਬੰਨੋ, ਗਲਾਸੀ ਸੁੱਟੋ ਪੋਥੀ ਚੁੱਕੋ। ਹੱਥਾਂ ਦੇ ਵਿੱਚ ਨਾ ਗੁਟਕਾ ਸਾਹਿਬ ਲੈ ਕੇ, ਪੋਥੀ ਲੈ ਕੇ ਬਾਣੀ ਦੀ ਬਾਣੀ ਪੜਿਆ ਕਰੋ। ਹੱਥਾਂ ਦੇ ਨਾਲ ਨਾ ਸ਼ਰਾਬਾਂ ਦੇ ਪਿਆਲੇ, ਬੋਤਲਾਂ ਨਹੀਂ ਫੜਨੀਆਂ, ਇਹਨਾਂ ਹੱਥਾਂ ਦੇ ਵਿੱਚ ਪੋਥੀ ਚੁੱਕੋ, ਗੁਰਬਾਣੀ ਦੀ ਗੁਰਬਾਣੀ ਪੜ੍ਹ ਗਏ, ਫਿਰ ਸਾਡਾ ਜੀਵਨ ਮਹਾਨ ਬਣਦਾ। ਤੇ ਬਹਾਨੇ ਜੇ ਨਾ ਕਰਿਆ ਕਰੋ ਐਵੇਂ ਵੀ ਰੋਟੀ ਹਜਮ ਆ ਜਾਂਦੀ ਹੈ, ਰੋਟੀ ਹਜਮ ਆ ਜਾਂਦੀ ਹੈ, ਤੇ ਰੋਟੀ ਹਜਮ ਕੱਲੀ ਤੇਰੀ ਜ਼ਮੀਨ ਵੀ ਹਜਮ ਕਰ ਜੂਗੀ, ਤੇਰਾ ਸਾਰਾ ਜੀਵਨ ਹਜਮ ਕਰ ਜੂ, ਖੁਸ਼ੀਆਂ ਹਜਮ ਕਰ ਜੂ, ਸਾਰਾ ਕੁਛ ਇਹਨੇ ਹਜਮ ਕਰ ਜਾਂਦੇ। ਛੱਡਦੇ ਇਹ ਜਿਹੀਆਂ ਫੋਕੀਆਂ ਗੱਲਾਂ। ਇਸ ਕਰਕੇ ਅਸੀਂ ਨਸ਼ਿਆਂ ਤੋਂ ਬਚੀਏ। ਸੋ ਇੱਥੋਂ ਤੱਕ ਆਪਾਂ ਇਹ ਭੰਗ ਬਾਰੇ ਤੇ ਸ਼ਰਾਬ ਬਾਰੇ ਗੱਲ ਕੀਤੀ ਹੈ। ਬਹੁਤ ਖੁੱਲ ਕੇ ਆਪਾਂ ਇਤਿਹਾਸਕ ਪਹਿਲੂ ਤੋਂ ਵੀ ਦੇਖ ਲਿਆ ਵੀ ਕਿਵੇਂ ਦੇਸ਼ਾਂ ਨੂੰ, ਦੂਸਰੇ ਦੇਸ਼ਾਂ ਨੂੰ ਜਦੋਂ ਕੰਟਰੋਲ ਕਰਨਾ ਸੀ, ਜਦੋਂ ਜੇ ਅਸੀਂ ਕਲੋਨੀਅਲ ਨੀਤੀ ਦੀ ਵੀ ਗੱਲ ਕਰਦੇ ਹਾਂ, ਤੇ ਕਿਵੇਂ ਮੌਰੀਜ਼ ਨੂੰ ਕੰਟਰੋਲ ਕਰਨਾ ਸੀ ਤੇ ਕਿਵੇਂ ਉਹਨਾਂ ਨੂੰ ਕੈਦ ਕੀਤਾ ਗਿਆ। ਸੋ ਨਸ਼ਾ ਇੱਕ ਕੈਦ ਹੈ ਜਿਹਦੇ ਵਿੱਚ ਤੁਸੀਂ ਆਪਣੇ ਆਪ ਕੈਦ ਹੋ ਜਾਂਦੇ ਜੇ, ਤੁਹਾਡਾ ਮਾਨਸਿਕ ਸੰਤੁਲਨ ਗਵਾਚ ਜਾਂਦਾ ਹੈ। ਤੇ ਜਦੋਂ ਗੱਲ ਅਸੀਂ ਸਿੱਖੀ ਦੀ ਕਰਦੇ ਹਾਂ, ਜਿਵੇਂ ਭਾਈ ਸਾਹਿਬ ਨੇ ਦੱਸਿਆ ਹੈ, ਇੱਥੇ ਤੇ ਗੁੜ ਕਰ ਗਿਆਨ ਧਿਆਨ ਕਰਤਾਵੇ, ਕਰ ਕਰਨੀ ਕਸ ਪਾਈਏ ਵਾਲੀ ਆਪ ਕੱਢਣੀ ਹੈ, ਤੇ ਕੱਢਣੀ ਵੀ ਅੰਦਰੂਨੀ ਸੁਰਤ ਦੇ ਰੂਪ 'ਚ ਕੱਢਣੀ ਹੈ। ਜਦੋਂ ਐਸਾ ਗ੍ਰੰਥ ਸਾਡੇ ਕੋਲ ਹੋਵੇ ਜਿਹੜਾ ਸਾਨੂੰ ਹੋਕਾ ਦੇ ਕੇ ਆਖਦਾ ਹੋਵੇ ਵੀ ਝੂਠਾ ਮੱਧ ਮੂਲ ਨਾ ਪੀਚੇ, ਵੀ ਇਹ ਝੂਠੀ ਸ਼ਰਾਬ ਨਹੀਂ ਪੀਣੀ, ਤੇ ਸੱਚੀ ਕਿਹੜੀ ਜਿਹੜੀ ਗੁੜ ਕਰ ਗਿਆਨ ਧਿਆਨ ਕਰਤਾਵੇ ਰਾਹੀਂ ਨਿਕਲਦੀ ਹੈ। ਤੇ ਜਦੋਂ ਸਾਡੇ ਤੇ ਕਬਜ਼ਾ ਅਗਲਿਆਂ ਨੇ ਕਰਨਾ ਹੈ, ਹੁਣ ਤੁਹਾਡਾ ਗੁਰੂ ਤੁਹਾਨੂੰ ਕਹਿੰਦਾ ਵੀ ਝੂਠਾ ਮੱਧ ਨਹੀਂ ਪੀਣਾ, ਤੂੰ ਗੁੜ ਕਰ ਗਿਆਨ ਵਾਲੀ ਵਿਧੀ ਨਾਲ ਸ਼ਰਾਬ ਕੱਢਣੀ ਹੈ। ਉਹ ਕੀ ਕਰਦੇ ਨੇ, ਉਹ ਤੁਹਾਡੇ ਗੁਰੂ ਦੇ ਬਰਾਬਰ ਇੱਕ ਹੋਰ ਗੁਰੂ ਬਾ ਦਿੰਦੇ ਨੇ, ਜਿਹੜਾ ਕਹਿੰਦਾ ਹੈ ਮਹਾਕਾਲ ਕੋ ਸਿੱਖ ਕਰ ਮਧੁਰਾ ਭਾਂਗ ਪਵਾਏ। ਜੇ ਮਹਾਕਾਲ ਦੀ ਸਿੱਖਿਆ ਲੈਣੀ, ਉਹਦਾ ਸਿੱਖ ਬਣਨਾ ਹੈ, ਤੇ ਸ਼ਰਤ ਇਹ ਹੈ ਵੀ ਮਧੁਰਾ ਤੇ ਭੰਗ ਪੀਣੀ ਪਏਗੀ। ਪੋਸਤ ਭਾਂਗ ਅਫੀਮ ਮੰਗਾਵੇ, ਏਕ ਸੇਜ ਦੋ ਬੈਠ ਚੜਾਵੇ। ਬਹੁਤ ਲੰਮਾ ਚੌੜਾ ਅਗਲੇ ਬੰਨੇ ਮੈਂ ਪੜ੍ਹਨਾ ਨਹੀਂ ਚਾਹੁੰਦਾ ਕਿਉਂਕਿ ਸਾਡਾ ਵਿਸ਼ਾ ਨਹੀਂ ਹੈ। ਪਰ ਗੱਲ ਇਹ ਆ ਵੀ ਜਦੋਂ ਕੈਦ ਕੀਤਾ ਜਾਂਦਾ ਵਾ, ਨਸ਼ਾ ਪ੍ਰਮੁੱਖਤਾ ਹੁੰਦੀ ਹੈ, ਨਸ਼ਾ ਟੂਲ ਹੁੰਦਾ ਹੈ ਤੁਹਾਨੂੰ ਕੈਦ ਕਰਨ ਵਾਸਤੇ। ਤੁਹਾਡਾ ਗੁਰੂ ਤੁਹਾਨੂੰ ਨਸ਼ੇ ਨੂੰ ਤੋੜਦਾ ਹੈ, ਪਰ ਜਿਨ੍ਹਾਂ ਗ੍ਰੰਥਾਂ ਦੀ ਕਥਾ ਕੀਤੀ ਜਾ ਰਹੀ ਦਿੱਲੀ 'ਚੋਂ, ਉਹ ਨਸ਼ੇ ਨੂੰ ਪ੍ਰਮੋਟ ਕਰਦੇ ਨੇ।